ਮੇਰਾ ਨਾਂ ਕਮਲ ਹੈ। ਮੇਰਾ ਸੰਬੰਧ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਹੈ। ਮੈਂ ਇੱਕ ਆਮ ਜਿਹੀ ਸ਼ਕਲ ਸੂਰਤ ਵਾਲੀ ਗਰੀਬ ਘਰ ਦੀ ਕੁੜੀ ਹਾਂ, ਜਿਸ ਦੇ ਸੁਪਨੇ ਬਹੁਤ ਉੱਚੇ ਉੱਚੇ ਸਨ। ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਆਪਣੇ ਛੋਟੇ ਜਿਹੇ ਘਰ ਤੋਂ ਨਿਕਲ ਕੇ ਕਿਸੇ ਵੱਡੇ ਮਹਿਲ ਵਿੱਚ ਰਹਾਂ। ਮੈਨੂੰ ਪੂਰਾ ਯਕੀਨ ਸੀ ਕਿ ਇੱਕ ਦਿਨ ਮੇਰੇ ਸਾਰੇ ਸੁਪਨੇ ਪੂਰੇ ਹੋ ਜਾਣਗੇ। ਮੇਰੇ 4 ਭੈਣ ਭਾਈ ਸੀ ਜੋ ਮੇਰੇ ਤੋਂ ਛੋਟੇ ਸੀ, ਅਤੇ ਮੇਰੇ ਪਾਪਾ ਮਾਮੂਲੀ ਜਿਹੀ ਸੈਲਰੀ ਤੇ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ। ਮੈਂ ਸੋਚਿਆ ਮੈਨੂੰ ਬੜੀ ਹੋਣ ਦੇ ਨਾਤੇ ਆਪਣੇ ਪਾਪਾ ਦਾ ਹੱਥ ਵਟਾਉਣਾ ਚਾਹੀਦਾ ਹੈ। ਇਸ ਲਈ ਮੈਂ 10ਵੀਂ ਕਰਨ ਤੋਂ ਬਾਅਦ ਛੋਟੀ ਮੋਟੀ ਨੌਕਰੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਅੱਜ ਕੱਲ੍ਹ ਤਾਂ ਬੇਚਾਰੇ MA BA ਪਾਸ ਮੁੰਡੇ ਵੀ ਬਿਨਾਂ ਜੌਬ ਦੇ ਘੁੰਮ ਰਹੇ ਹਨ, ਤਾਂ ਮੇਰੀ 10ਵੀਂ ਪਾਸ ਦੀ ਕੀ ਹੈਸੀਅਤ ਹੈ। ਫਿਰ ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਕੋਈ ਹੱਥ ਦਾ ਕੰਮ ਸਿੱਖ ਲੈ, ਤਾਂ ਹੀ ਕੁਝ ਕਮਾ ਸਕੇਂਗੀ। 2-3 ਸਾਲ ਪ੍ਰਾਈਵੇਟ ਸਕੂਲ ਦੇ ਧੱਕੇ ਖਾਣ ਤੋਂ ਬਾਅਦ ਮੈਂ ਇੱਕ ਪਾਰਲਰ ਵਿੱਚ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ, ਤਾਂ ਜੋ ਕੁਝ ਪੈਸੇ ਕਮਾ ਸਕਾਂ। ਦਿਨ ਵਿੱਚ ਮੈਂ ਪਾਰਲਰ ਵਿੱਚ ਕੰਮ ਕਰਦੀ ਸੀ ਅਤੇ ਸ਼ਾਮ ਨੂੰ ਕੁਝ ਬੱਚੇ ਟਿਊਸ਼ਨ ਪੜ੍ਹਨ ਆ ਜਾਂਦੇ ਸੀ। ਬਸ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ। ਸਾਡਾ ਘਰ ਇੱਕ ਛੋਟੇ ਜਿਹੇ ਇਲਾਕੇ ਵਿੱਚ ਸੀ ਅਤੇ ਮੈਂ ਕੰਮ ਸਿੱਖਣ ਸ਼ਹਿਰ ਦੇ ਇੱਕ ਪਾਰਲਰ ਵਿੱਚ ਜਾਂਦੀ ਸੀ। ਇਸ ਤਰ੍ਹਾਂ ਆਉਣ ਜਾਣ ਵਿੱਚ ਬਹੁਤ ਕਿਰਾਇਆ ਲੱਗ ਜਾਂਦਾ ਸੀ। ਇਸ ਲਈ ਮੈਂ ਸ਼ਹਿਰ ਵਿੱਚ ਹੀ ਕਿਰਾਏ ਤੇ ਘਰ ਲੱਭਣਾ ਸ਼ੁਰੂ ਕਰ ਦਿੱਤਾ। ਖੁਸ਼ਕਿਸਮਤੀ ਨਾਲ ਘੱਟ ਕਿਰਾਏ ਤੇ ਮੈਨੂੰ ਇੱਕ ਘਰ ਮਿਲ ਗਿਆ ਅਤੇ ਅਸੀਂ ਸਭ ਉੱਥੇ ਸ਼ਿਫਟ ਹੋ ਗਏ। ਮੈਂ ਬੜੀ ਲਗਨ ਨਾਲ ਕੰਮ ਸਿੱਖ ਰਹੀ ਸੀ ਅਤੇ ਮੇਰੀ ਪਾਰਲਰ ਵਾਲੀ ਦੀਦੀ ਮੇਰੇ ਤੋਂ ਬਹੁਤ ਖੁਸ਼ ਸੀ। ਉਸ ਦਾ ਕਹਿਣਾ ਸੀ ਕਿ ਇੱਕ ਦਿਨ ਮੈਂ ਇੱਕ ਬੜੀ ਮੇਕਅਪ ਆਰਟਿਸਟ ਬਣਾਂਗੀ। ਇੱਕ ਦਿਨ ਮੈਂ ਕੰਮ ਤੋਂ ਵਾਪਸ ਆ ਰਹੀ ਸੀ ਕਿ ਰਸਤੇ ਵਿੱਚ ਇੱਕ ਔਰਤ ਨੂੰ ਦੇਖਿਆ ਜੋ ਤੇਜ਼-ਤੇਜ਼ ਸਾਹ ਲੈ ਰਹੀ ਸੀ। ਸ਼ਾਇਦ ਉਸ ਨੂੰ ਸਾਹ ਨਹੀਂ ਆ ਰਿਹਾ ਸੀ ਜਾਂ ਪਤਾ ਨਹੀਂ ਕੋਈ ਹੋਰ ਪ੍ਰੋਬਲਮ ਹੋਵੇ। ਮੈਂ ਇੱਧਰ ਉੱਧਰ ਮਦਦ ਲਈ ਦੇਖਿਆ, ਪਰ ਉਸ ਸਮੇਂ ਰਸਤਾ ਸੁੰਨਸਾਨ ਸੀ ਅਤੇ ਨੇੜੇ ਤੇੜੇ ਕੋਈ ਨਹੀਂ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ। ਉਸ ਔਰਤ ਨੇ ਪਾਣੀ ਮੰਗਿਆ ਤਾਂ ਮੈਂ ਭੱਜ ਕੇ ਪਿਛਲੀ ਗਲੀ ਵਿੱਚ ਲੱਗੇ ਫਿਲਟਰ ਤੋਂ ਉਸ ਔਰਤ ਲਈ ਪਾਣੀ ਲੈ ਆਈ ਅਤੇ ਉਸ ਨੂੰ ਪਾਣੀ ਦਿੱਤਾ। ਪਾਣੀ ਪੀ ਕੇ ਉਸ ਦੀ ਤਬੀਅਤ ਥੋੜੀ ਜਿਹੀ ਸੰਭਲੀ ਤਾਂ ਮੈਂ ਉਸ ਨੂੰ ਸਹਾਰਾ ਦੇ ਕੇ ਆਪਣੇ ਨਾਲ ਘਰ ਲੈ ਆਈ। ਉਸ ਔਰਤ ਨੇ ਦੱਸਿਆ ਕਿ ਉਹ ਹਰ ਰੋਜ਼ ਸੈਰ ਕਰਨ ਨੇੜੇ ਦੇ ਪਾਰਕ ਵਿੱਚ ਜਾਂਦੀ ਸੀ। ਅੱਜ ਵੀ ਸੈਰ ਕਰਕੇ ਨਿਕਲੀ ਤਾਂ ਅਚਾਨਕ ਚੱਕਰ ਆ ਗਏ। ਉਹ ਮੈਨੂੰ ਕਹਿਣ ਲੱਗੀ, ਧੀਏ ਤੇਰਾ ਬਹੁਤ ਬਹੁਤ ਧੰਨਵਾਦ, ਤੂੰ ਮੇਰੀ ਮਦਦ ਕੀਤੀ। ਮੈਂ ਕਿਹਾ, ਆਂਟੀ ਜੀ ਧੰਨਵਾਦ ਦੀ ਜ਼ਰੂਰਤ ਨਹੀਂ, ਇਹ ਤਾਂ ਮੇਰਾ ਫਰਜ਼ ਸੀ। ਉਸ ਔਰਤ ਨੇ ਆਪਣੇ ਬਾਰੇ ਵਿੱਚ ਦੱਸਿਆ ਕਿ ਉਹ ਅਮੀਰ ਖਾਨਦਾਨ ਨਾਲ ਸੰਬੰਧ ਰੱਖਦੀ ਹੈ। ਉਸ ਦਾ ਸਿਰਫ ਇੱਕ ਹੀ ਮੁੰਡਾ ਹੈ ਅਤੇ ਪਤੀ ਕੁਝ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਹ ਬਹੁਤ ਦੇਰ ਤੱਕ ਬੈਠੀ ਮੇਰੀ ਮੰਮੀ ਨਾਲ ਗੱਲਾਂ ਕਰਦੀ ਰਹੀ। ਕੁਝ ਹੀ ਦੇਰ ਵਿੱਚ ਉਹ ਅਤੇ ਮੇਰੀ ਮੰਮੀ ਪੱਕੀਆਂ ਸਹੇਲੀਆਂ ਬਣ ਗਈਆਂ। ਕੁਝ ਦੇਰ ਬਾਅਦ ਉਸ ਔਰਤ ਨੂੰ ਉਸ ਦਾ ਡਰਾਈਵਰ ਲੈਣ ਆ ਗਿਆ ਤਾਂ ਉਹ ਚਲੀ ਗਈ। ਉਸ ਤੋਂ ਬਾਅਦ ਉਹ ਔਰਤ ਅਕਸਰ ਸਾਡੇ ਘਰ ਆਉਣ ਜਾਣ ਲੱਗੀ। ਇੱਕ ਦਿਨ ਉਹ ਆਂਟੀ ਆਈ ਤਾਂ ਬਹੁਤ ਪਰੇਸ਼ਾਨ ਲੱਗ ਰਹੀ ਸੀ। ਮੇਰੀ ਮੰਮੀ ਨੇ ਉਸ ਤੋਂ ਉਸ ਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਹ ਦੁੱਖ ਭਰੇ ਲਹਿਜੇ ਵਿੱਚ ਕਹਿਣ ਲੱਗੀ ਕਿ ਮੇਰਾ ਇੱਕ ਮੁੰਡਾ ਹੈ ਅਤੇ ਉਸ ਦੀ ਜ਼ਿੰਦਗੀ ਨੂੰ ਲੈ ਕੇ ਮੈਂ ਬਹੁਤ ਪਰੇਸ਼ਾਨ ਹਾਂ। ਮੇਰੀ ਮੰਮੀ ਨੇ ਪੁੱਛਿਆ, ਕਿਉਂ ਭੈਣੇ, ਅਜਿਹਾ ਕੀ ਹੋ ਗਿਆ ਤੇਰੇ ਮੁੰਡੇ ਨਾਲ? ਤਾਂ ਉਹ ਆਂਟੀ ਕਹਿਣ ਲੱਗੀ, ਐਨੀ ਧਨ ਦੌਲਤ ਹੋਣ ਦਾ ਕੀ ਫਾਇਦਾ ਜਦੋਂ ਮੈਂ ਆਪਣੇ ਮੁੰਡੇ ਦੀ ਖੁਸ਼ੀਆਂ ਹੀ ਨਹੀਂ ਖਰੀਦ ਸਕਦੀ। ਮੈਂ ਆਪਣੇ ਮੁੰਡੇ ਦੀ ਖੁਸ਼ੀਆਂ ਦੇਖਣ ਨੂੰ ਤਰਸ ਗਈ ਹਾਂ। ਹੁਣ ਤਾਂ ਮੈਨੂੰ ਵੀ ਹੈਰਾਨੀ ਹੋਈ ਕਿ ਮਾਮਲਾ ਕੀ ਹੈ। ਮੈਂ ਅੱਗੇ ਹੋ ਕੇ ਪੁੱਛਿਆ ਕਿ ਆਂਟੀ ਦੱਸੋ ਤਾਂ ਸਹੀ, ਗੱਲ ਕੀ ਹੈ? ਤਾਂ ਉਹ ਔਰਤ ਕਹਿਣ ਲੱਗੀ, ਮੇਰਾ ਮੁੰਡਾ ਜਿਸ ਨਾਲ ਵੀ ਵਿਆਹ ਕਰਦਾ ਹੈ, ਉਹ ਕੁੜੀ ਉਸੇ ਰਾਤ ਤਲਾਕ ਲੈ ਕੇ ਆਪਣੇ ਪੇਕੇ ਚਲੀ ਜਾਂਦੀ ਹੈ। ਫਿਰ ਮੇਰੇ ਮੁੰਡੇ ਤੇ ਗੰਦੇ ਇਲਜ਼ਾਮ ਲਗਾਉਂਦੀ ਹੈ। ਹੁਣ ਤਾਂ ਲੋਕ ਵੀ ਜੀਣ ਨਹੀਂ ਦਿੰਦੇ। ਕਹਿੰਦੇ ਹਨ ਕਿ ਤੇਰੇ ਮੁੰਡੇ ਨੂੰ ਹੁਣ ਕੋਈ ਆਪਣੀ ਕੁੜੀ ਨਹੀਂ ਦੇਵੇਗਾ। ਇਸੇ ਕਾਰਨ ਕਰਕੇ ਮੈਂ ਬਹੁਤ ਪਰੇਸ਼ਾਨ ਰਹਿੰਦੀ ਹਾਂ। ਮੈਨੂੰ ਆਂਟੀ ਦੀ ਕਹਾਣੀ ਸੁਣ ਕੇ ਬਹੁਤ ਅਫਸੋਸ ਹੋਇਆ। ਮੰਮੀ ਵੀ ਆਂਟੀ ਨੂੰ ਤਸੱਲੀ ਦਿੰਦੇ ਹੋਏ ਕਹਿਣ ਲੱਗੇ ਕਿ ਤੂੰ ਫਿਕਰ ਨਾ ਕਰ, ਤੇਰੇ ਮੁੰਡੇ ਦਾ ਵਿਆਹ ਹੁਣ ਬਹੁਤ ਚੰਗੀ ਕੁੜੀ ਨਾਲ ਹੋਵੇਗਾ। ਕੁਝ ਦਿਨ ਬਾਅਦ ਫਿਰ ਉਹ ਆਂਟੀ ਸਾਡੇ ਘਰ ਆਈ ਤਾਂ ਬਹੁਤ ਦੁਖੀ ਸੀ। ਮੇਰੇ ਤੋਂ ਰਿਹਾ ਨਹੀਂ ਗਿਆ ਤਾਂ ਮੈਂ ਪੁੱਛਿਆ, ਆਂਟੀ ਹੁਣ ਕੀ ਹੋਇਆ? ਉਹ ਵਿਚਾਰੀ ਰੋਣ ਲੱਗੀ। ਕੀ ਦੱਸਾਂ, ਕੱਲ ਫਿਰ ਮੇਰੇ ਮੁੰਡੇ ਦਾ ਰੋਕਾ ਟੁੱਟ ਗਿਆ। ਕਾਸ਼ ਮੈਂ ਵੀ ਜਿਉਂਦੇ ਜੀ ਆਪਣੇ ਮੁੰਡੇ ਦੀਆਂ ਖੁਸ਼ੀਆਂ ਦੇਖ ਸਕਦੀ। ਹੁਣ ਤਾਂ ਮੈਂ ਉਸਦੇ ਵਿਆਹ ਦਾ ਸੁਪਨਾ ਦੇਖਣਾ ਵੀ ਛੱਡ ਦਿੱਤਾ ਹੈ। ਸ਼ਾਇਦ ਇਹ ਸੁੱਖ ਉਸਦੀ ਕਿਸਮਤ ਵਿੱਚ ਹੀ ਨਹੀਂ। ਮੈਨੂੰ ਆਂਟੀ ਤੇ ਬੜਾ ਤਰਸ ਆਇਆ। ਮੈਂ ਕਿਹਾ ਕਿ ਮੈਂ ਤੁਹਾਡੇ ਮੁੰਡੇ ਨਾਲ ਵਿਆਹ ਕਰਾਂਗੀ। ਆਂਟੀ ਨੂੰ ਯਕੀਨ ਨਹੀਂ ਆਇਆ ਤੇ ਕਹਿਣ ਲੱਗੀ, ਕੀ ਤੂੰ ਸੱਚ ਕਹਿ ਰਹੀ ਹੈ? ਮੇਰੀ ਮੰਮੀ ਇਹ ਸੁਣ ਕੇ ਹੜਬੜਾ ਗਏ। ਉਹਨਾਂ ਨੇ ਅੱਖਾਂ ਵਿੱਚ ਇਸ਼ਾਰੇ ਕੀਤੇ
ਕਿ ਮੈਂ ਮਨਾ ਕਰ ਦੇਵਾਂ, ਪਰ ਮੈਂ ਆਂਟੀ ਨੂੰ ਯਕੀਨ ਦਿਵਾ ਦਿੱਤਾ ਕਿ ਮੈਂ ਬਹੁਤ ਜਲਦੀ ਉਹਨਾਂ ਦੇ ਮੁੰਡੇ ਨਾਲ ਵਿਆਹ ਕਰਾਂਗੀ। ਆਂਟੀ ਸਾਡੇ ਘਰ ਤੋਂ ਬਹੁਤ ਖੁਸ਼ ਹੋ ਕੇ ਗਏ। ਆਂਟੀ ਦੇ ਜਾਣ ਤੋਂ ਬਾਅਦ ਮੰਮੀ ਨੇ ਮੈਨੂੰ ਬਹੁਤ ਝਿੜਕਿਆ ਕਿ ਜ਼ਰੂਰ ਉਸ ਮੁੰਡੇ ਵਿੱਚ ਕੋਈ ਕਮੀ ਹੋਵੇਗੀ, ਨਹੀਂ ਤਾਂ ਬਾਰ-ਬਾਰ ਉਸਦੇ ਰਿਸ਼ਤੇ ਕਿਉਂ ਟੁੱਟਦੇ, ਤੂੰ ਵਿਆਹ ਲਈ ਹਾਮੀ ਕਿਉਂ ਭਰੀ, ਕੋਈ ਤਰਸ ਖਾਣ ਦੀ ਜ਼ਰੂਰਤ ਨਹੀਂ ਸੀ। ਮੈਂ ਦੁੱਖ ਨਾਲ ਮੰਮੀ ਨੂੰ ਕਿਹਾ, ਮੈਂ ਉਸ ਔਰਤ ਤੇ ਨਹੀਂ ਬਲਕਿ ਆਪਣੇ ਆਪ ਤੇ ਅਤੇ ਆਪਣੇ ਘਰ ਵਾਲਿਆਂ ਦੇ ਤਰਸ ਖਾਇਆ ਹੈ। ਉਸ ਨਾਲ ਵਿਆਹ ਕਰਕੇ ਜੇ ਕੁਝ ਹੋਰ ਨਹੀਂ ਤਾਂ ਘੱਟ ਤੋਂ ਘੱਟ ਸਾਡੇ ਹਾਲਾਤ ਹੀ ਠੀਕ ਹੋ ਜਾਣਗੇ। ਵੈਸੇ ਵੀ ਮੇਰਾ ਵਿਆਹ ਕਿਤੇ ਨਾ ਕਿਤੇ ਤਾਂ ਹੋਣਾ ਹੀ ਹੈ, ਤਾਂ ਇਸ ਆਂਟੀ ਦੇ ਮੁੰਡੇ ਨਾਲ ਹੀ ਸਹੀ। ਮੇਰੀ ਮੰਮੀ ਨੂੰ ਵੀ ਮੇਰੀ ਗੱਲ ਸਮਝ ਆ ਗਈ ਅਤੇ ਉਹ ਨਾ ਚਾਹੁੰਦੇ ਹੋਏ ਵੀ ਰਾਜੀ ਹੋ ਗਏ। ਮੇਰੀ ਸੱਸ ਤਾਂ ਇੰਨੀ ਖੁਸ਼ ਸੀ ਜਿਸ ਦੀ ਕੋਈ ਹੱਦ ਨਹੀਂ ਸੀ। ਜਦੋਂ ਉਹ ਵਿਆਹ ਦੀ ਤਰੀਕ ਕਢਵਾਉਣ ਘਰ ਆਏ ਤਾਂ ਆਪਣੇ ਨਾਲ ਇੰਨੀ ਮਠਿਆਈ ਲੈ ਕੇ ਆਏ ਕਿ ਸਾਨੂੰ ਪੂਰੇ ਮੁਹੱਲੇ ਵਿੱਚ ਵੰਡਣੀ ਪਈ। ਮੇਰੀ ਹੋਣ ਵਾਲੀ ਸੱਸ ਨੇ ਮੇਰੇ ਲਈ ਬਿਲਕੁਲ ਅਜਿਹਾ ਹੀ ਜੋੜਾ ਖਰੀਦਿਆ ਜਿਵੇਂ ਤਾਂ ਮੈਂ ਆਪਣੇ ਵਿਆਹ ਵਿੱਚ ਪਾਉਣਾ ਚਾਹੁੰਦੀ ਸੀ। ਇਹ ਜੋੜਾ ਪੂਰੇ 1 ਲੱਖ ਦਾ ਸੀ, ਪਰ ਉਸਨੂੰ ਪੈਸਿਆਂ ਦੀ ਕੋਈ ਪਰਵਾਹ ਨਹੀਂ ਸੀ। ਉਸ ਦੀਆਂ ਇਹਨਾਂ ਹਰਕਤਾਂ ਨੂੰ ਦੇਖ ਕੇ ਮੇਰੀ ਮੰਮੀ ਕਹਿਣ ਲੱਗੀ, ਹਾਲੇ ਵੀ ਸਮਾਂ ਹੈ, ਸੋਚ ਲੈ। ਪਰ ਮੈਂ ਉਸਨੂੰ ਜ਼ੁਬਾਨ ਦੇ ਚੁੱਕੀ ਸੀ ਅਤੇ ਮੁੱਕਰ ਨਹੀਂ ਸਕਦੀ ਸੀ। ਵਿਆਹ ਵਾਲੇ ਦਿਨ ਮੈਂ ਪਾਰਲਰ ਤੋਂ ਤਿਆਰ ਹੋਈ। ਮੈਂ ਬਹੁਤ ਸੋਹਣੀ ਲੱਗ ਰਹੀ ਸੀ। ਵਿਆਹ ਵਾਲਾ ਪੈਲਸ ਦੇਖ ਕੇ ਤਾਂ ਮੇਰੀਆਂ ਅੱਖਾਂ ਹੀ ਫਟੀਆਂ ਰਹਿ ਗਈਆਂ। ਮੈਂ ਮਨ ਹੀ ਮਨ ਵਿੱਚ ਸੋਚ ਰਹੀ ਸੀ, ਮੇਰੇ ਸਾਰੇ ਸੁਪਨੇ ਪੂਰੇ ਹੋ ਰਹੇ ਹਨ। ਇੱਕ ਮਹਿਲ ਵਰਗਾ ਘਰ, ਗੱਡੀ, ਧਨ ਦੌਲਤ ਹੈ। ਕਾਸ਼ ਮੁੰਡਾ ਵੀ ਮੇਰੀ ਪਸੰਦ ਦਾ ਹੁੰਦਾ। ਵਿਆਹ ਲਈ ਹਾਂ ਤਾਂ ਕਰ ਦਿੱਤੀ ਸੀ, ਪਰ ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ ਜਿਸ ਨਾਲ ਮੇਰਾ ਵਿਆਹ ਹੋ ਰਿਹਾ ਹੈ ਉਹ ਮੁੰਡਾ ਕਿਹੋ ਜਿਹਾ ਹੈ। ਮੈਨੂੰ ਬਸ ਆਪਣੇ ਘਰ ਦੀ ਗਰੀਬੀ ਦੂਰ ਕਰਨੀ ਸੀ। ਉਸ ਦੇ ਲਈ ਮੈਨੂੰ ਇਹ ਹੀ ਸ਼ਾਰਟਕਟ ਰਸਤਾ ਲੱਗਿਆ। ਮੈਂ ਨੂੰਹ ਬਣ ਕੇ ਉਸ ਘਰ ਵਿੱਚ ਗਈ ਤਾਂ ਪਹਿਲੀ ਵਾਰ ਸੋਚਣ ਲਈ ਮਜਬੂਰ ਹੋਈ ਕਿ ਆਖਰ ਅਜਿਹੀ ਕਿਹੜੀ ਗੱਲ ਸੀ ਕਿ ਮੈਂ ਉਸ ਆਦਮੀ ਦੀ 5ਵੀਂ ਪਤਨੀ ਬਣਨ ਜਾ ਰਹੀ ਸੀ। ਮੇਰੀ ਸੱਸ ਮੈਨੂੰ ਕਮਰੇ ਵਿੱਚ ਛੱਡ ਗਈ। ਮੇਰੇ ਦਿਲ ਵਿੱਚ ਅਜੀਬ ਖਿਆਲ ਆ ਰਹੇ ਸਨ। ਰਾਤ ਦੇ 2 ਵਜੇ ਮੇਰਾ ਪਤੀ ਕਮਰੇ ਵਿੱਚ ਆਇਆ। ਮੈਂ ਉਸਨੂੰ ਦੇਖਿਆ ਤਾਂ ਉਸਦੀ ਪਰਸਨੈਲਿਟੀ ਦੇਖ ਕੇ ਦੰਗ ਰਹਿ ਗਈ। ਉਹ ਬਹੁਤ ਸੋਹਣਾ ਸੀ, ਪਰ ਮੇਰੇ ਰੁਕਣ ਦੀ ਵਜ੍ਹਾ ਇਹ ਨਹੀਂ ਸੀ। ਅਸਲ ਵਿੱਚ ਮੈਂ ਉਸਨੂੰ ਪਹਿਚਾਨ ਗਈ ਸੀ ਅਤੇ ਮੈਂ ਕਿਸਮਤ ਦੇ ਹੇਰ-ਫੇਰ ਤੋਂ ਬਹੁਤ ਹੈਰਾਨ ਸੀ। ਉਸ ਤੋਂ ਪਹਿਲਾਂ ਮੈਂ ਉਸਨੂੰ ਕੁਝ ਕਹਿੰਦੀ, ਉਸਨੇ ਅਜੀਬ ਜਿਹੀ ਹਰਕਤ ਕੀਤੀ ਜਿਸ ਨੂੰ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਉਸਨੇ ਇੱਕ ਹੱਥ ਨਚਾਉਂਦੇ ਹੋਏ ਕਿਹਾ, ਤੇਰੀ ਖੈਰ ਹੋਵੇ, ਇਹ ਲਿਪਸਟਿਕ ਦਾ ਰੰਗ ਤਾਂ ਬਿਲਕੁਲ ਵੀ ਸੋਹਣਾ ਨਹੀਂ ਹੈ। ਤੂੰ ਮੇਕਅਪ ਕਿਸ ਤੋਂ ਕਰਵਾਇਆ ਹੈ? ਜਿਸਨੇ ਵੀ ਕਰਿਆ ਹੈ ਉਸਨੇ ਚੰਗੀ ਤਰ੍ਹਾਂ ਨਾਲ ਬੇਸ ਨਹੀਂ ਲਗਾਇਆ। ਫਿਰ ਮਟਕ ਕੇ ਚੱਲਦੇ ਹੋਏ ਬੈੱਡ ਤੱਕ ਆਇਆ। ਉਸ ਦੀਆਂ ਹਰਕਤਾਂ ਦੇਖ ਕੇ ਮੇਰੀ ਹਾਲਤ ਖਰਾਬ ਹੋ ਗਈ। ਮੈਂ ਉਸਨੂੰ ਪਹਿਚਾਨ ਗਈ ਸੀ। ਉਹ ਮਸ਼ਹੂਰ ਮੇਕਅਪ ਆਰਟਿਸਟ ਰਮਨ ਸੀ, ਪਰ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਮੇਰਾ ਪਤੀ ਹੈ। ਮੈਂ ਕਮਰੇ ਵਿੱਚੋਂ ਬਾਹਰ ਨਿਕਲ ਕੇ ਭੱਜੀ ਤੇ ਦੂਸਰੇ ਕਮਰੇ ਵਿੱਚ ਜਾ ਕੇ ਕੁੰਡੀ ਲਗਾ ਲਈ। ਮੈਂ ਲੰਬੇ ਸਾਹ ਲੈਂਦੇ ਹੋਏ ਬੈੱਡ ਤੇ ਬੈਠ ਗਈ। ਮੈਂ ਪਾਗਲ ਹੋਣ ਵਾਲੀ ਹੋ ਗਈ ਸੀ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਸ ਆਦਮੀ ਨੂੰ ਮੈਂ ਭੁੱਲ ਚੁੱਕੀ ਹਾਂ ਉਹ ਅਚਾਨਕ ਇਸ ਤਰ੍ਹਾਂ ਮੇਰਾ ਪਤੀ ਬਣ ਕੇ ਮੇਰੇ ਸਾਹਮਣੇ ਖੜਾ ਹੋ ਜਾਵੇਗਾ। ਉਸਨੂੰ ਮੈਂ 2 ਸਾਲ ਪਹਿਲਾਂ ਤੋਂ ਜਾਣਦੀ ਸੀ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਇੱਕ ਸਕੂਲ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਸਕੂਲ ਬਹੁਤ ਵੱਡਾ ਸੀ। ਅਮੀਰ ਲੋਕਾਂ ਦੇ ਬੱਚੇ ਉੱਥੇ ਪੜ੍ਹਦੇ ਸਨ, ਪਰ ਸਕੂਲ ਦਾ ਮਾਲਿਕ ਬਹੁਤ ਕੰਜੂਸ ਸੀ। ਉਸਨੇ ਮੇਰੀ ਤਨਖਾਹ ਬਹੁਤ ਘੱਟ ਰੱਖੀ ਸੀ। 3000 ਤਨਖਾਹ ਆਟੇ ਵਿੱਚ ਨਮਕ ਸੀ। ਉੱਥੇ ਮੈਂ ਨਰਸਰੀ ਕਲਾਸ ਦੇ ਟੀਚਰ ਦੇ ਨਾਲ ਹੈਲਪਰ ਦੇ ਤੌਰ ਤੇ ਪੜ੍ਹਾਉਂਦੀ ਸੀ। ਮੇਰਾ ਕੰਮ ਜ਼ਿਆਦਾ ਕਰਕੇ ਛੋਟੇ ਬੱਚਿਆਂ ਨੂੰ ਸੰਭਾਲਣਾ ਅਤੇ ਡਾਇਰੀ ਲਿਖਣਾ ਸੀ। ਇੱਕ ਬੱਚਾ ਗਗਨਦੀਪ ਮੈਨੂੰ ਬਹੁਤ ਕਿਊਟ ਲੱਗਦਾ ਸੀ। ਮੈਂ ਉਸਦਾ ਬਹੁਤ ਖਿਆਲ ਰੱਖਦੀ ਸੀ। ਇੱਕ ਦਿਨ ਜਦੋਂ ਡਰਾਈਵਰ ਉਸਨੂੰ ਨਾ ਲੈਣ ਆਇਆ ਤਾਂ ਪ੍ਰਿੰਸੀਪਲ ਨੇ ਮੈਨੂੰ ਕਿਹਾ, ਇਸ ਬੱਚੇ ਦੇ ਘਰ ਕਾਲ ਕਰ ਦਿਓ। ਮੈਂ ਉਸਦੀ ਮੰਮੀ ਨੂੰ ਫੋਨ ਕਰਕੇ ਕਿਹਾ ਕਿ ਕਾਫੀ ਦੇਰ ਹੋ ਗਈ ਹੈ, ਤੁਹਾਡਾ ਡਰਾਈਵਰ ਤੁਹਾਡੇ ਬੱਚੇ ਨੂੰ ਲੈਣ ਨਹੀਂ ਆਇਆ। ਤਾਂ ਉਸਦੀ ਮੰਮੀ ਕਹਿਣ ਲੱਗੀ ਕਿ ਮੈਂ ਆਪਣੇ ਭਾਈ ਨੂੰ ਭੇਜਦੀ ਹਾਂ। ਸਾਰਾ ਸਕੂਲ ਖਾਲੀ ਹੋ ਗਿਆ ਸੀ। ਮੈਂ ਗਗਨਦੀਪ ਕਰਕੇ ਰੁਕ ਗਈ। ਅੱਧੇ ਘੰਟੇ ਬਾਅਦ ਗਗਨਦੀਪ ਦਾ ਮਾਮਾ ਉਸਨੂੰ ਲੈਣ ਆਇਆ। ਮੈਂ ਉਸਨੂੰ ਦੇਖ ਕੇ ਹੈਰਾਨ ਰਹਿ ਗਈ। ਉਹ ਬਹੁਤ ਸੋਹਣਾ ਸੀ। ਮੈਂ ਉਸਨੂੰ ਗੇਟ ਤੇ ਹੀ ਦੇਖਿਆ ਸੀ। ਉਸਨੇ ਆਪਣੇ ਭਾਣਜੇ ਨੂੰ ਗੱਡੀ ਵਿੱਚ ਬਿਠਾਇਆ ਅਤੇ ਚਲਾ ਗਿਆ। ਅਗਲੇ ਦਿਨ ਮੈਂ ਗਗਨਦੀਪ ਤੋਂ ਪੁੱਛਿਆ ਕਿ ਉਸਨੂੰ ਕੌਣ ਲੈਣ ਆਇਆ ਸੀ। ਉਹ ਕਹਿਣ ਲੱਗਾ, ਉਹ ਮੇਰੇ ਮਾਮਾ ਜੀ ਹਨ, ਉਹਨਾਂ ਦਾ ਨਾਂ ਰਮਨ ਹੈ। ਮੈਨੂੰ ਗਗਨਦੀਪ ਦਾ ਮਾਮਾ ਬਹੁਤ ਚੰਗਾ ਲੱਗਾ ਸੀ। ਮੈਂ ਉਸਨੂੰ ਦੁਬਾਰਾ ਦੇਖਣਾ ਚਾਹੁੰਦੀ ਸੀ। ਕੁਦਰਤੀ ਕੁਝ ਦਿਨਾਂ ਬਾਅਦ ਹੀ ਮੇਰੀ ਇਹ ਅਰਦਾਸ ਵਾਹਿਗੁਰੂ ਨੇ ਸੁਣ ਲਈ। ਹੁਣ ਗਗਨਦੀਪ ਨੂੰ ਉਸਦਾ ਡਰਾਈਵਰ ਨਹੀਂ ਬਲਕਿ ਉਹੀ ਮੁੰਡਾ ਲੈਣ ਆਉਂਦਾ ਸੀ। ਮੈਂ ਰੋਜ਼ ਉਸਨੂੰ ਦੇਖਣ ਲਈ ਰੁਕ ਜਾਂਦੀ
ਜਦੋਂ ਤੱਕ ਉਹ ਉਸ ਨੂੰ ਲੈਣ ਨਹੀਂ ਆ ਜਾਂਦਾ ਮੈਂ ਨਹੀਂ ਜਾਂਦੀ ਸੀ। ਪਤਾ ਨਹੀਂ ਮੈਨੂੰ ਕੀ ਹੋਣ ਲੱਗਿਆ ਸੀ। ਉਸ ਨੂੰ ਤਾਂ ਖਬਰ ਤੱਕ ਨਹੀਂ ਸੀ ਕਿ ਕੋਈ ਉਸ ਨੂੰ ਦੇਖਣ ਲਈ ਇੰਨਾ ਬੇਚੈਨ ਹੁੰਦਾ ਹੈ। ਉਹ ਚੁੱਪਚਾਪ ਆਉਂਦਾ ਅਤੇ ਆਪਣੇ ਭਾਣਜੇ ਨੂੰ ਲੈ ਕੇ ਚਲਾ ਜਾਂਦਾ। ਮੇਰਾ ਦਿਲ ਬਹੁਤ ਕਰਦਾ ਸੀ ਉਸ ਨਾਲ ਗੱਲ ਕਰਨ ਨੂੰ, ਪਰ ਕਦੇ ਹਿੰਮਤ ਹੀ ਨਹੀਂ ਹੁੰਦੀ ਸੀ। ਇੱਕ ਦਿਨ ਸਕੂਲ ਵਿੱਚ ਪੇਰੈਂਟਸ ਮੀਟਿੰਗ ਸੀ। ਉਸ ਦਿਨ ਮੈਨੂੰ ਬੁਖਾਰ ਸੀ, ਇਸ ਲਈ ਮੈਂ ਸਕੂਲ ਨਾ ਜਾ ਸਕੀ। ਅਗਲੇ ਦਿਨ ਮੈਂ ਸਕੂਲ ਗਈ ਤਾਂ ਮੇਰੀ ਸਾਥੀ ਟੀਚਰ ਹੱਸਦੇ ਹੋਏ ਕਹਿਣ ਲੱਗੀ, ਤੈਨੂੰ ਪਤਾ ਹੈ ਕੱਲ ਗਗਨਦੀਪ ਦੀ ਮੀਟਿੰਗ ਦੇ ਲਈ ਕੌਣ ਆਇਆ ਸੀ? ਮੇਰੇ ਪੁੱਛਣ ਤੇ ਉਸਨੇ ਦੱਸਿਆ, ਉਸਦਾ ਮਾਮਾ ਆਇਆ ਸੀ। ਬਲਕਿ ਪਤਾ ਨਹੀਂ ਉਹ ਮਾਮਾ ਸੀ ਜਾਂ ਕਿੰਨਰ ਸੀ। ਇੰਨਾ ਕਹਿ ਕੇ ਉਹ ਉੱਚੀ ਉੱਚੀ ਹੱਸਣ ਲੱਗੀ। ਮੈਂ ਹੈਰਾਨੀ ਨਾਲ ਪੁੱਛਿਆ ਕਿ ਚੰਗੀ ਤਰ੍ਹਾਂ ਦੱਸੋ ਕੀ ਗੱਲ ਹੈ। ਤਾਂ ਉਸਨੇ ਕਿਹਾ, ਗਗਨਦੀਪ ਦਾ ਮਾਮਾ ਅਜੀਬ ਤਰ੍ਹਾਂ ਨਾਲ ਬੋਲ ਰਿਹਾ ਸੀ ਅਤੇ ਕੁੜੀਆਂ ਦੀ ਤਰ੍ਹਾਂ ਹੱਥ ਨਚਾ ਨਚਾ ਕੇ ਗੱਲਾਂ ਕਰ ਰਿਹਾ ਸੀ। ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਮੁੰਡਾ ਨਹੀਂ ਬਲਕਿ। ਉਸਨੇ ਇੰਨਾ ਕਿਹਾ ਤਾਂ ਮੈਂ ਉਸਨੂੰ ਟੋਕਦੇ ਹੋਏ ਕਿਹਾ ਕਿ ਬਸ ਕਰੋ। ਫਿਰ ਮੈਂ ਉਸਦੀਆਂ ਗੱਲਾਂ ਸੁਣੇ ਬਿਨਾਂ ਹੀ ਉੱਥੋਂ ਚਲੀ ਗਈ, ਕਿਉਂਕਿ ਮੈਨੂੰ ਉਸਦੇ ਬਾਰੇ ਵਿੱਚ ਇਹ ਗੱਲਾਂ ਬੁਰੀਆਂ ਲੱਗ ਰਹੀਆਂ ਸਨ। ਪਤਾ ਨਹੀਂ ਕੀ ਸੱਚ ਸੀ ਕੀ ਝੂਠ, ਪਰ ਉਸ ਤੋਂ ਬਾਅਦ ਉਹ ਕਦੇ ਗਗਨਦੀਪ ਨੂੰ ਲੈਣ ਨਹੀਂ ਆਇਆ। ਮੇਰੇ ਬਾਰੇ ਵਿੱਚ ਉਸ ਟੀਚਰ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਰਮਨ ਨੂੰ ਪਸੰਦ ਕਰਦੀ ਹਾਂ। ਉਸਨੇ ਬਾਕੀ ਟੀਚਰਾਂ ਨੂੰ ਵੀ ਦੱਸ ਦਿੱਤਾ। ਸਾਰੇ ਟੀਚਰ ਮੇਰਾ ਮਜ਼ਾਕ ਉਡਾਉਂਦੇ ਅਤੇ ਮੈਨੂੰ ਕਹਿੰਦੇ, ਦੇਖੋ ਇਹ ਕੁੜੀ ਕਿੰਨਰ ਨੂੰ ਪਸੰਦ ਕਰਦੀ ਹੈ, ਅਤੇ ਮੈਂ ਉਹਨਾਂ ਨਾਲ ਲੜ ਪੈਂਦੀ ਕਿਉਂਕਿ ਮੈਨੂੰ ਉਹਨਾਂ ਦੀਆਂ ਗੱਲਾਂ 'ਤੇ ਭਰੋਸਾ ਨਹੀਂ ਸੀ। ਇਸ ਲਈ ਮੈਂ ਤੰਗ ਆ ਕੇ ਉਹ ਸਕੂਲ ਹੀ ਛੱਡ ਦਿੱਤਾ। ਮੇਰੀ ਤਮੰਨਾ ਸੀ ਕਿ ਮੈਂ ਇੱਕ ਵਾਰੀ ਆਪਣੀ ਅੱਖਾਂ ਨਾਲ ਦੇਖ ਲਵਾਂ ਕੀ ਸੱਚ ਹੈ ਕੀ ਝੂਠ। ਮੈਨੂੰ ਉਸਦੇ ਘਰ ਦਾ ਵੀ ਨਹੀਂ ਪਤਾ ਸੀ। ਕਿਵੇਂ ਪਤਾ ਕਰਾਂ ਕਿ ਉਹ ਟੀਚਰ ਠੀਕ ਕਹਿ ਰਹੀ ਸੀ ਜਾਂ ਨਹੀਂ। ਇੱਕ ਦਿਨ ਮੈਂ ਆਪਣੀ ਦੋਸਤ ਦੇ ਘਰ ਗਈ ਹੋਈ ਸੀ। ਜਦੋਂ ਮੈਂ ਉਸਦੇ ਕਮਰੇ ਦੀ ਖਿੜਕੀ ਤੋਂ ਬਾਹਰ ਦੇਖਿਆ ਤਾਂ ਉਹ ਬਾਹਰ ਬਗੀਚੇ ਵਿੱਚ ਬੈਠਿਆ ਹੋਇਆ ਸੀ। ਮੈਂ ਉਸਨੂੰ ਦੇਖ ਕੇ ਹੈਰਾਨ ਰਹਿ ਗਈ। ਉਸੇ ਟਾਈਮ ਮੈਂ ਆਪਣੇ ਦੋਸਤ ਤੋਂ ਪੁੱਛਿਆ ਕਿ ਇਹ ਕੌਣ ਹੈ, ਤਾਂ ਉਹ ਕਹਿਣ ਲੱਗੀ ਕਿ ਮੇਰੇ ਭਾਈ ਦਾ ਦੋਸਤ ਹੈ। ਮੇਰਾ ਭਾਈ ਅਤੇ ਇਹ ਮੇਕਅਪ ਆਰਟਿਸਟ ਬਣਨ ਦਾ ਇਰਾਦਾ ਕਰ ਰਹੇ ਹਨ। ਮੈਂ ਗੌਰ ਨਾਲ ਬਾਹਰ ਦੇਖਿਆ ਤਾਂ ਉਹ ਉਸੇ ਤਰ੍ਹਾਂ ਹੱਥ ਹਿਲਾ ਹਿਲਾ ਕੇ ਗੱਲਾਂ ਕਰ ਰਿਹਾ ਸੀ ਜਿਵੇਂ ਔਰਤਾਂ ਕਰਦੀਆਂ ਹਨ। ਮੈਨੂੰ ਉਸ ਟੀਚਰ ਦੀ ਗੱਲ ਸੱਚੀ ਲੱਗੀ ਅਤੇ ਮੇਰੀ ਸਹੇਲੀ ਵੀ ਕਹਿ ਰਹੀ ਸੀ ਕਿ ਉਹ ਮੁੰਡਾ ਨਹੀਂ ਕੁਝ ਹੋਰ ਹੀ ਹੈ। ਮੈਂ ਉਦਾਸ ਹੋ ਗਈ। ਉਸ ਦਿਨ ਤੋਂ ਬਾਅਦ ਮੈਂ ਉਸਨੂੰ ਆਪਣੇ ਦਿਲ ਤੇ ਦਿਮਾਗ ਵਿੱਚੋਂ ਕੱਢ ਦਿੱਤਾ। ਬਾਅਦ ਵਿੱਚ ਮੈਨੂੰ ਆਪਣੀ ਸਹੇਲੀ ਦੇ ਜ਼ਰੀਏ ਹੀ ਪਤਾ ਲੱਗਿਆ ਕਿ ਉਹ ਇੱਕ ਮੇਕਅਪ ਆਰਟਿਸਟ ਬਣ ਗਿਆ ਹੈ। ਮੈਂ ਪੂਰੀ ਤਰ੍ਹਾਂ ਨਾਲ ਇੱਕ ਕੁੜੀ ਸੀ ਅਤੇ ਮੇਰਾ ਹੱਕ ਸੀ ਕਿ ਇੱਕ ਪੂਰੇ ਆਦਮੀ ਨਾਲ ਹੀ ਵਿਆਹ ਕਰਵਾਵਾਂ, ਨਾ ਕਿ ਉਸ ਇਨਸਾਨ ਨਾਲ ਜਿਸ ਨੂੰ ਦੁਨੀਆ ਅਜੀਬ ਨਾਵਾਂ ਨਾਲ ਬੁਲਾਉਂਦੀ ਸੀ। ਮੈਂ ਸ਼ੁਕਰ ਕੀਤਾ ਕਿ ਮੈਂ ਸਮਾਂ ਰਹਿੰਦੇ ਆਪਣੇ ਆਪ ਨੂੰ ਰੋਕ ਲਿਆ। ਬਾਅਦ ਵਿੱਚ ਵੀ ਮੇਕਅਪ ਦੇ ਸੈਮੀਨਾਰ ਵਿੱਚ ਮੈਂ ਉਸਨੂੰ 2-3 ਵਾਰ ਦੇਖ ਚੁੱਕੀ ਸੀ ਅਤੇ ਮੇਰਾ ਸ਼ੱਕ ਪੂਰੇ ਯਕੀਨ ਵਿੱਚ ਬਦਲ ਚੁੱਕਿਆ ਸੀ। ਕਮਰੇ ਦੇ ਦਰਵਾਜ਼ੇ ਤੇ ਦਸਤਕ ਹੋਈ ਤਾਂ ਮੈਂ ਡਰ ਕੇ ਉੱਠ ਬੈਠੀ। ਸੋਚ ਕੇ ਮੇਰਾ ਦਿਮਾਗ ਫਟਿਆ ਜਾ ਰਿਹਾ ਸੀ। ਮੈਂ ਚੀਕਦੇ ਹੋਏ ਪੁੱਛਿਆ, ਕੌਣ ਹੈ? ਮੇਰੀ ਸੱਸ ਦੀ ਆਵਾਜ਼ ਆਈ, ਕਮਲ ਧੀਏ ਮੈਂ ਹਾਂ, ਦਰਵਾਜ਼ਾ ਖੋਲ। ਮੈਂ ਗੁੱਸੇ ਵਿੱਚ ਕਿਹਾ, ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ, ਚਲੇ ਜਾਓ ਇੱਥੋਂ। ਮੈਂ ਦਰਵਾਜ਼ਾ ਨਹੀਂ ਖੋਲਾਂਗੀ। ਮੈਂ ਸੋਚਿਆ ਸੀ ਕਿ ਤੁਹਾਡੇ ਮੁੰਡੇ ਨੂੰ ਕੋਈ ਬਿਮਾਰੀ ਹੋਵੇਗੀ, ਇਸੇ ਕਰਕੇ ਮੈਂ ਵਿਆਹ ਲਈ ਹਾਂ ਕਰ ਦਿੱਤੀ ਸੀ, ਪਰ ਜੋ ਨਿਕਲਿਆ ਉਸ ਦੇ ਬਾਰੇ ਵਿੱਚ ਤਾਂ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ। ਇਸ ਲਈ ਮੈਂ ਤੁਹਾਡੇ ਨਾਲ ਬਹੁਤ ਨਾਰਾਜ਼ ਹਾਂ। ਘੱਟ ਤੋਂ ਘੱਟ ਤੁਸੀਂ ਆਪਣੇ ਮੁੰਡੇ ਬਾਰੇ ਮੈਨੂੰ ਦੱਸ ਤਾਂ ਦਿੰਦੇ। ਮੇਰੀ ਸੱਸ ਰੋਂਦੇ ਹੋਏ ਕਹਿਣ ਲੱਗੀ, ਰੱਬ ਦੇ ਵਾਸਤੇ ਸਾਨੂੰ ਬੇਇੱਜ਼ਤ ਨਾ ਕਰ। ਪੂਰਾ ਘਰ ਮਹਿਮਾਨਾਂ ਨਾਲ ਭਰਿਆ ਹੋਇਆ ਹੈ, ਸਾਡੀ ਇੱਜ਼ਤ ਮਿੱਟੀ ਵਿੱਚ ਨਾ ਰੋਲ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਦਰਵਾਜ਼ਾ ਖੋਲ੍ਹ ਦਿੱਤਾ। ਮੈਂ ਹੀ ਵਿਆਹ ਲਈ ਹਾਂ ਕੀਤੀ ਸੀ, ਇਸ ਲਈ ਹੁਣ ਮੈਨੂੰ ਹੀ ਭੁਗਤਣਾ ਪੈਣਾ ਸੀ। ਮੇਰੀ ਸੱਸ ਮੈਨੂੰ ਦੇਖਦੇ ਹੀ ਕਹਿਣ ਲੱਗੀ, ਅਜਿਹਾ ਕੁਝ ਨਹੀਂ ਹੈ ਜਿਵੇਂ ਤੂੰ ਸਮਝ ਰਹੀ ਹੈ, ਮੇਰਾ ਮੁੰਡਾ ਬਿਲਕੁਲ ਠੀਕ ਹੈ। ਮੈਂ ਗੁੱਸੇ ਵਿੱਚ ਕਿਹਾ, ਹੁਣ ਤਾਂ ਤੁਸੀਂ ਇਹੀ ਕਹੋਗੇ। ਮੈਂ ਵਿਆਹ ਤੋਂ ਪਹਿਲਾਂ ਆਪਣੀ ਸੱਸ ਦੇ ਸਾਹਮਣੇ ਸ਼ਰਤ ਰੱਖੀ ਸੀ ਕਿ ਉਹ ਮੇਰੇ ਖਾਨਦਾਨ ਨੂੰ ਇੱਕ ਘਰ ਲੈ ਕੇ ਦੇਣਗੇ ਅਤੇ ਉਸਨੇ ਮੇਰੀ ਸ਼ਰਤ ਮੰਨ ਲਈ ਸੀ। ਮੈਂ ਸੌਦੇਬਾਜ਼ੀ ਕੀਤੀ ਸੀ, ਇਸ ਲਈ ਮੈਂ ਆਪਣੇ ਹੱਕ ਲਈ ਖੜੀ ਵੀ ਨਹੀਂ ਹੋ ਸਕਦੀ ਸੀ। ਮੈਂ ਆਪਣੀ ਕਿਸਮਤ ਨੂੰ ਕੋਸਦੇ ਹੋਏ ਵਾਪਿਸ ਦਰਵਾਜ਼ਾ ਬੰਦ ਕਰ ਲਿਆ ਅਤੇ ਜਿਵੇਂ ਹੀ ਬੈੱਡ ਵੱਲ ਦੇਖਿਆ ਤਾਂ ਕਮਰੇ ਦੇ ਦੂਸਰੇ ਦਰਵਾਜ਼ੇ ਵਿੱਚੋਂ ਦਾਖਲ ਹੋ ਕੇ ਰਮਨ ਚੁੱਪਚਾਪ ਬੈੱਡ ਤੇ ਬੈਠਾ ਹੋਇਆ ਸੀ। ਜੇਕਰ ਕੋਈ ਉਸਨੂੰ ਇਸ ਤਰ੍ਹਾਂ ਦੇਖ ਲੈਂਦਾ ਤਾਂ ਉਸਦੀ ਖੂਬਸੂਰਤੀ ਤੇ ਕੋਈ ਵੀ ਕੁਰਬਾਨ ਹੋ ਜਾਂਦਾ। ਮੈਂ ਵੀ ਉਸਦੀ ਸ਼ਕਲ ਸੂਰਤ ਤੋਂ ਹੀ ਇੰਪ੍ਰੈਸ ਹੋਈ ਸੀ, ਪਰ ਹੁਣ ਕੁਝ ਨਹੀਂ ਹੋ ਸਕਦਾ ਸੀ। ਮੈਂ ਬੈੱਡ ਦੇ ਕਿਨਾਰੇ ਤੇ ਜਾ ਕੇ ਬੈਠ ਗਈ
ਉਸਨੇ ਮੈਨੂੰ ਆਪਣੇ ਵੱਲ ਕਰਕੇ ਕਿਹਾ, ਤੂੰ ਵੀ ਮੈਨੂੰ ਛੱਡ ਕੇ ਚਲੀ ਜਾਵੇਂਗੀ ਨਾ, ਜਿਵੇਂ ਸਭ ਛੱਡ ਜਾਂਦੇ ਹਨ। ਇਸ ਵਾਰ ਉਸਦੀ ਆਵਾਜ਼ ਬੜੀ ਅਲੱਗ ਸੀ, ਖੂਬਸੂਰਤ ਅਤੇ ਮਰਦਾਨਾ। ਪਰ ਮੈਂ ਜਾਣਦੀ ਸੀ ਕਿ ਇਹ ਉਸਦੀ ਅਸਲ ਹਕੀਕਤ ਨਹੀਂ ਹੈ। ਅਸੀਂ ਬਿਨਾਂ ਸੋਚੇ ਸਮਝੇ ਜਿਸ ਅੰਦਾਜ਼ ਵਿੱਚ ਗੱਲਾਂ ਕਰਨ ਦੇ ਆਦੀ ਹੁੰਦੇ ਹਾਂ, ਉਹੀ ਸਾਡੀ ਹਕੀਕਤ ਹੁੰਦੀ ਹੈ। ਉਸਦੀ ਵੀ ਉਹੀ ਹਕੀਕਤ ਸੀ, ਕੁੜੀਆਂ ਦੀ ਤਰ੍ਹਾਂ ਹਰਕਤਾਂ ਅਤੇ ਗੱਲਾਂ ਕਰਨ ਦੀ। ਮੈਂ ਉਸਨੂੰ ਕੀ ਦੱਸਦੀ? ਮੈਂ ਚਾਹੁੰਦੇ ਹੋਏ ਵੀ ਉਸਨੂੰ ਨਹੀਂ ਛੱਡ ਸਕਦੀ ਸੀ। ਮੈਂ ਬੜੇ ਦਾਅਵੇ ਕਰਕੇ ਉਸਦੀ ਜ਼ਿੰਦਗੀ ਵਿੱਚ ਸ਼ਾਮਿਲ ਹੋਈ ਸੀ। ਮੈਂ ਇੱਕ ਜੂਆ ਖੇਲਿਆ ਸੀ, ਜਿਸ ਦੇ ਵਿੱਚ ਚਾਰੇ ਪਾਸੇ ਤੋਂ ਹਾਰ ਸਿਰਫ ਮੇਰੀ ਹੀ ਸੀ। ਆਪਣੇ ਘਰ ਵਾਲਿਆਂ ਨੂੰ ਤਾਂ ਮੈਂ ਚੰਗੀ ਜ਼ਿੰਦਗੀ ਦੇ ਚੁੱਕੀ ਸੀ, ਹੁਣ ਮੇਰਾ ਪਤਾ ਨਹੀਂ ਕੀ ਹੋਣਾ ਸੀ। ਮੈਂ ਉਸਨੂੰ ਜਵਾਬ ਦਿੱਤੇ ਬਗੈਰ ਇੱਕ ਪਾਸੇ ਹੋ ਕੇ ਸੌਂ ਗਈ। ਰਾਤ ਨੂੰ ਸੁਪਨੇ ਵਿੱਚ ਵੀ ਇਹੀ ਆਉਂਦਾ ਰਿਹਾ ਕਿ ਮੇਰਾ ਹਰ ਪਾਸੇ ਮਜ਼ਾਕ ਬਣ ਰਿਹਾ ਹੈ, ਕਿ ਮੈਂ ਕਿਸ ਨਾਲ ਵਿਆਹ ਕਰ ਲਿਆ ਹੈ। ਮੈਂ ਸਵੇਰੇ ਉੱਠੀ ਤਾਂ ਉਹ ਮੇਰੇ ਤੋਂ ਪਹਿਲਾਂ ਹੀ ਉੱਠ ਚੁੱਕਿਆ ਸੀ। ਵੈਸੇ ਤਾਂ ਉੱਠਦੇ ਬੈਠਦੇ ਅਤੇ ਚੱਲਣ ਫਿਰਨ ਦੇ ਅੰਦਾਜ਼ ਤੋਂ ਉਹ ਇੱਕ ਪਰਫੈਕਟ ਆਦਮੀ ਲੱਗਦਾ ਸੀ, ਪਰ ਜਦੋਂ ਬੋਲਦਾ ਤਾਂ ਉਸਦੀ ਪੋਲ ਖੁੱਲ ਜਾਂਦੀ ਸੀ। ਮੈਂ ਪਾਰਟੀ ਲਈ ਤਿਆਰ ਹੋਣ ਲੱਗੀ ਤਾਂ ਉਸਨੇ ਕਿਹਾ ਉਹ ਅੱਜ ਦੇ ਫੰਕਸ਼ਨ ਲਈ ਮੇਰਾ ਮੇਕਅਪ ਖੁਦ ਕਰੇਗਾ। ਮੈਂ ਚੁੱਪਚਾਪ ਉਸਦੇ ਸਾਹਮਣੇ ਬੈਠ ਗਈ। ਉਸਨੇ ਮੈਨੂੰ ਇੰਨਾ ਸੋਹਣਾ ਤਿਆਰ ਕੀਤਾ ਕਿ ਹਰ ਕੋਈ ਦੇਖਦਾ ਹੀ ਰਹਿ ਗਿਆ। ਲੋਕਾਂ ਨੇ ਮੈਨੂੰ ਦੇਖਿਆ ਤਾਂ ਉਹ ਮੇਰੀ ਕਿਸਮਤ ਤੋਂ ਜਲਣ ਲੱਗੇ, ਪਰ ਕੁਝ ਲੋਕ ਮੇਰੇ ਉੱਤੇ ਹੱਸ ਵੀ ਰਹੇ ਸਨ ਕਿ ਬੇਚਾਰੀ ਕੁੜੀ ਦੀ ਕਿਸਮਤ ਦੇਖੋ, ਉਸਨੂੰ ਮਿਲਿਆ ਵੀ ਤਾਂ ਕੌਣ। ਮੈਂ ਬਹੁਤ ਡਿਪਰੈਸ਼ਨ ਵਿੱਚ ਸੀ ਕਿ ਮੈਂ ਆਪਣੇ ਨਾਲ ਇਹ ਕੀ ਕਰ ਲਿਆ ਹੈ। ਮਹਿਮਾਨਾਂ ਦੇ ਜਾਂਦੇ ਹੀ ਮੈਂ ਆਪਣਾ ਕਮਰਾ ਅਲੱਗ ਕਰ ਲਿਆ। ਮੈਂ ਬਿਲਕੁਲ ਵੀ ਉਸ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਮੇਰੀ ਸੱਸ ਨੇ ਮੈਨੂੰ ਕੁਝ ਨਾ ਕਿਹਾ, ਕਿਉਂਕਿ ਮੈਂ ਉਹਨਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜੇਕਰ ਉਹ ਇਸ ਮਾਮਲੇ ਵਿੱਚ ਕੁਝ ਬੋਲਣਗੇ ਤਾਂ ਉਹਨਾਂ ਦੀਆਂ ਪਹਿਲੀਆਂ ਨੂੰਹਾਂ ਦੀ ਤਰ੍ਹਾਂ ਮੈਂ ਵੀ ਘਰ ਛੱਡ ਕੇ ਚਲੀ ਜਾਵਾਂਗੀ। ਫਿਰ ਮੇਰੀ ਸੱਸ ਨੇ ਮੈਨੂੰ ਕੁਝ ਨਹੀਂ ਕਿਹਾ। ਮੈਂ ਆਪਣੀ ਮਰਜ਼ੀ ਨਾਲ ਸੌਂਦੀ ਜਾਗਦੀ ਸੀ। ਮੇਰੀ ਹਰ ਕੋਸ਼ਿਸ਼ ਹੁੰਦੀ ਸੀ ਕਿ ਮੈਂ ਉਹਨਾਂ ਦੇ ਕਿੰਨਰ ਮੁੰਡੇ ਦੀ ਸ਼ਕਲ ਨਾ ਦੇਖਾਂ। ਉਹਨਾਂ ਦੀ ਇੱਜ਼ਤ ਲਈ ਇੰਨਾ ਕਾਫੀ ਸੀ ਕਿ ਮੈਂ ਉਸ ਘਰ ਵਿੱਚ ਮੌਜੂਦ ਸੀ। ਮੇਰੀਆਂ 2 ਨਣਦਾਂ ਸਨ। ਉਹਨਾਂ ਨੇ ਵੀ ਮੈਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਆਖਿਰ ਮਾਯੂਸ ਹੋ ਕੇ ਉਹ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੀਆਂ ਗਈਆਂ। ਇੱਕ ਦਿਨ ਮੈਂ ਰਸੋਈ ਵਿੱਚ ਖਾਣਾ ਲੈਣ ਗਈ ਤਾਂ ਆਪਣੀ ਸੱਸ ਦੇ ਕਮਰੇ ਦੇ ਨੇੜੋਂ ਲੰਘਦੇ ਹੋਏ ਮੈਨੂੰ ਆਪਣਾ ਨਾਮ ਸੁਣਾਈ ਦਿੱਤਾ ਤਾਂ ਮੈਂ ਰੁਕ ਗਈ ਅਤੇ ਕੰਨ ਲਗਾ ਕੇ ਸੁਣਨ ਲੱਗੀ। ਮੇਰੀ ਸੱਸ ਰਮਨ ਨੂੰ ਕਹਿ ਰਹੀ ਸੀ, ਤੂੰ ਕਮਲ ਨੂੰ ਸਭ ਕੁਝ ਦੱਸ ਦੇ, ਪਰ ਉਹ ਮਨਾ ਕਰ ਰਿਹਾ ਸੀ ਕਿ ਨਹੀਂ, ਜੇ ਮੈਂ ਉਸਨੂੰ ਦੱਸਿਆ ਤਾਂ ਉਹ ਯਕੀਨ ਨਹੀਂ ਕਰੇਗੀ ਅਤੇ ਮੈਨੂੰ ਛੱਡ ਕੇ ਚਲੀ ਜਾਵੇਗੀ। ਮੈਨੂੰ ਹੈਰਾਨੀ ਹੋਈ ਕਿ ਉਹਨਾਂ ਨੇ ਹਲੇ ਵੀ ਮੇਰੇ ਤੋਂ ਕੁਝ ਲੁਕੋਇਆ ਸੀ। ਮੈਂ ਹੋਰ ਸੁਣਨ ਦੀ ਕੋਸ਼ਿਸ਼ ਕੀਤੀ, ਪਰ ਉਹ ਹੁਣ ਚੁੱਪ ਹੋ ਗਏ ਸੀ। ਮੈਂ ਵਾਪਸ ਆਪਣੇ ਕਮਰੇ ਵਿੱਚ ਚਲੀ ਆਈ। ਮੈਂ ਬੇਚੈਨ ਸੀ ਕਿ ਉਸ ਸੱਚ ਦਾ ਕਿਵੇਂ ਪਤਾ ਲਗਾਵਾਂ ਜੋ ਉਹ ਮਾਂ ਪੁੱਤ ਮੇਰੇ ਤੋਂ ਲੁਕੋ ਰਹੇ ਸੀ। ਇਸ ਦੇ ਲਈ ਮੈਨੂੰ ਆਪਣੇ ਪਤੀ ਦੇ ਕਮਰੇ ਵਿੱਚ ਰਹਿਣਾ ਪੈਣਾ ਸੀ ਤਾਂ ਕਿ ਮੈਨੂੰ ਸੱਚਾਈ ਪਤਾ ਚੱਲ ਸਕੇ। ਮੈਂ ਆਪਣਾ ਸਮਾਨ ਚੁੱਕਿਆ ਅਤੇ ਪਤੀ ਦੇ ਕਮਰੇ ਵਿੱਚ ਸ਼ਿਫਟ ਹੋ ਗਈ। ਮੈਂ ਉਸਨੂੰ ਸਖਤੀ ਨਾਲ ਕਹਿ ਦਿੱਤਾ, ਮੇਰੇ ਤੋਂ ਦੂਰ ਰਹੇ। ਇੱਕ ਦਿਨ ਫੋਨ ਤੇ ਉਹ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਮੈਂ 10 ਮਿੰਟ ਵਿੱਚ ਆਉਂਦਾ ਹਾਂ। ਉਹ ਘਰ ਤੋਂ ਨਿਕਲਿਆ ਤਾਂ ਮੈਂ ਵੀ ਉਸਦੇ ਪਿੱਛੇ ਚਲੀ ਗਈ। ਉਹ ਇੱਕ ਪ੍ਰਾਈਵੇਟ ਕਲੀਨਿਕ, ਜਿਸ ਦੇ ਦਰਵਾਜ਼ੇ ਤੇ ਲਿਖਿਆ ਸੀ ਮਰਦਾਨਾ ਮਰਜ਼ ਦਾ ਇਲਾਜ ਕੀਤਾ ਜਾਂਦਾ ਹੈ। ਮੈਂ ਸੋਚਦੇ ਹੋਏ ਹੈਰਾਨ ਸੀ ਕਿ ਉਹ ਇੱਥੇ ਕਿਉਂ ਆਇਆ ਹੈ। ਫਿਰ ਸੋਚਿਆ ਕਿ ਮਰਦ ਹੋਏਗਾ ਤਾਂ ਇੱਥੇ ਮਰਦਾਨਾ ਮਰਜ਼ ਦਾ ਇਲਾਜ ਕਰਵਾਉਣ ਹੀ ਆਏਗਾ ਨਾ, ਅਤੇ ਵਾਪਸ ਆ ਗਈ। ਕੁਝ ਦਿਨਾਂ ਬਾਅਦ ਮੇਰੀ ਨਣਦ ਦੇ ਘਰ ਪਾਰਟੀ ਸੀ ਅਤੇ ਸਾਨੂੰ ਵੀ ਬੁਲਾਇਆ ਸੀ। ਮੈਂ ਜਾਣਾ ਤਾਂ ਨਹੀਂ ਚਾਹੁੰਦੀ ਸੀ, ਪਰ ਆਪਣੀ ਮਾਂ ਦੇ ਮਜਬੂਰ ਕਰਨ ਤੇ ਚਲੀ ਗਈ। ਮਾਂ ਨੇ ਕਿਹਾ ਸੀ ਕਿ ਜੇਕਰ ਵਿਆਹ ਕੀਤਾ ਹੈ ਤਾਂ ਨਿਭਾਉਣਾ ਵੀ ਸਿੱਖ। ਉਹ ਜੈਸਾ ਹੈ ਜੋ ਹੈ ਤੇਰਾ ਪਤੀ ਹੈ, ਉਸਦੀ ਇੱਜ਼ਤ ਅਤੇ ਕਦਰ ਕਰ। ਮੰਮੀ ਦੇ ਕਹਿਣ ਤੇ ਮੈਂ ਉਸਦੇ ਨਾਲ ਆਪਣੀ ਨਣਦ ਦੇ ਘਰ ਪਾਰਟੀ ਤੇ ਚਲੀ ਗਈ। ਉੱਥੇ ਮੈਨੂੰ ਉਹੀ ਸਕੂਲ ਵਾਲੀ ਟੀਚਰ ਮਿਲੀ। ਉਸਨੇ ਜਦ ਮੈਨੂੰ ਰਮਨ ਦੇ ਨਾਲ ਦੇਖਿਆ ਤਾਂ ਸਭ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਨ ਲੱਗੀ ਕਿ ਆਖਿਰ ਤੂੰ ਇਸ ਕਿੰਨਰ ਨਾਲ ਵਿਆਹ ਕਰ ਹੀ ਲਿਆ, ਤੂੰ ਵੈਸੇ ਇਸੇ ਦੇ ਕਾਬਿਲ ਸੀ। ਮੈਂ ਉਸਦੀਆਂ ਗੱਲਾਂ ਅਤੇ ਬੇਇੱਜ਼ਤੀ ਸਹਿਣ ਨਾ ਕਰ ਸਕੀ ਅਤੇ ਭੱਜਦੇ ਹੋਏ ਵਾਪਸ ਘਰ ਆ ਗਈ। ਮੈਂ ਰੋਂਦੇ ਹੋਏ ਕਮਰੇ ਵਿੱਚ ਆ ਗਈ। ਉਹ ਵੀ ਪਿੱਛੇ ਕਮਰੇ ਵਿੱਚ ਆ ਗਿਆ ਅਤੇ ਮੈਨੂੰ ਚੁੱਪ ਕਰਵਾਉਣ ਲੱਗਾ। ਮੈਂ ਉਸਨੂੰ ਰੋਂਦੇ ਹੋਏ ਕਿਹਾ ਕਿ ਇਹ ਸਭ ਤੇਰੇ ਕਰਕੇ ਹੋ ਰਿਹਾ ਹੈ, ਤੂੰ ਮੇਰੇ ਦਰਦ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਉਹ ਉਦਾਸ ਹੋ ਕੇ ਕਹਿਣ ਲੱਗਿਆ, ਤੂੰ ਮੇਰੇ ਤੋਂ ਜ਼ਿਆਦਾ ਦੁਖੀ ਨਹੀਂ ਹੋ ਸਕਦੀ, ਨਾ ਹੀ ਤੂੰ ਮੇਰੇ ਤੋਂ ਜ਼ਿਆਦਾ ਦਰਦ ਹੰਢਾਇਆ ਹੋਵੇਗਾ। ਮੈਂ ਆਪਣਾ ਰੋਣਾ ਭੁੱਲ ਕੇ ਉਸਨੂੰ ਪੁੱਛਿਆ ਕਿ ਇਸ ਗੱਲ ਦਾ ਕੀ ਮਤਲਬ ਹੈ। ਤਾਂ ਉਹ ਕਹਿਣ ਲੱਗਾ, ਅੱਜ ਮੈਂ ਤੈਨੂੰ ਸਭ ਕੁਝ ਸੱਚ-ਸੱਚ ਦੱਸਦਾ ਹਾਂ, ਮੈਂ ਕੌਣ ਸੀ ਅਤੇ ਕੀ ਹਾਂ। ਮੈਨੂੰ ਉਹ ਆਪਣੀ ਕਹਾਣੀ ਸੁਣਾਉਣ ਲੱਗਾ।
ਮੈਂ ਪੈਦਾ ਹੋਇਆ ਤਾਂ ਇੱਕ ਕੁੜੀ ਸੀ। ਮੇਰੇ ਘਰ ਵਾਲੇ ਬਚਪਨ ਤੋਂ ਹੀ ਮੈਨੂੰ ਕੁੜੀ ਸਮਝਦੇ ਸੀ। ਮੈਂ ਵੀ ਖੁਦ ਨੂੰ ਇੱਕ ਕੁੜੀ ਹੀ ਸਮਝਦਾ ਸੀ ਅਤੇ ਕੁੜੀਆਂ ਦੇ ਸਕੂਲ ਵਿੱਚ ਹੀ ਜਾਂਦਾ ਸੀ। ਮੇਰੀਆਂ ਸਾਰੀਆਂ ਸਹੇਲੀਆਂ ਵੀ ਕੁੜੀਆਂ ਹੀ ਸਨ। ਮੈਂ 14-15 ਸਾਲ ਇੱਕ ਕੁੜੀ ਬਣ ਕੇ ਹੀ ਗੁਜ਼ਾਰੇ, ਪਰ ਫਿਰ ਅਚਾਨਕ ਮੇਰੇ ਵਿੱਚ ਬਦਲਾਵ ਆਉਣੇ ਸ਼ੁਰੂ ਹੋ ਗਏ। ਮੇਰੀ ਆਵਾਜ਼ ਭਾਰੀ ਹੋ ਗਈ ਅਤੇ ਚਿਹਰੇ ਤੇ ਦਾੜੀ ਮੁੱਛ ਆ ਗਏ। ਮੈਂ ਬਹੁਤ ਪਰੇਸ਼ਾਨ ਹੋ ਗਿਆ। ਮੇਰੇ ਘਰ ਵਾਲਿਆਂ ਲਈ ਇਹ ਹਾਲਾਤ ਬਹੁਤ ਪਰੇਸ਼ਾਨ ਕਰਨ ਵਾਲੇ ਸਨ। ਆਖਿਰ ਵਿੱਚ ਮੇਰੇ ਘਰ ਵਾਲੇ ਮੈਨੂੰ ਇੱਕ ਮੰਨੇ ਪ੍ਰਮੰਨੇ ਡਾਕਟਰ ਕੋਲ ਲੈ ਗਏ ਤਾਂ ਡਾਕਟਰ ਨੇ ਅਜੀਬ ਜਿਹੀ ਗੱਲ ਕੀਤੀ। ਉਸਨੇ ਕਿਹਾ ਕਿ ਮੈਂ ਇੱਕ ਕੁੜੀ ਨਹੀਂ ਬਲਕਿ ਇੱਕ ਮੁੰਡਾ ਹਾਂ। ਡਾਕਟਰ ਦੇ ਮੁਤਾਬਿਕ ਅਜਿਹੇ ਕੇਸ ਦੁਨੀਆ ਵਿੱਚ ਲੱਖਾਂ ਕਰੋੜਾਂ ਵਿੱਚੋਂ ਬਹੁਤ ਘੱਟ ਹੁੰਦੇ ਹਨ ਕਿ ਆਪਰੇਸ਼ਨ ਕਰਵਾ ਕੇ ਕੋਈ ਮੁੰਡੇ ਤੋਂ ਕੁੜੀ ਤੇ ਕੁੜੀ ਤੋਂ ਮੁੰਡਾ ਬਣ ਜਾਵੇ। ਡਾਕਟਰ ਨੇ ਮੇਰਾ ਚੈੱਕਅਪ ਕੀਤਾ। ਉਸਨੇ ਮੇਰਾ ਆਪਰੇਸ਼ਨ ਕੀਤਾ ਅਤੇ ਮੈਂ ਇੱਕ ਕੁੜੀ ਤੋਂ ਮੁੰਡੇ ਵਿੱਚ ਬਦਲ ਗਿਆ। ਮੇਰੇ ਲਈ ਇਹ ਬਹੁਤ ਔਖਾ ਦੌਰ ਸੀ। ਹਰ ਪਾਸੇ ਮੇਰਾ ਮਜ਼ਾਕ ਬਣਨ ਲੱਗਾ। ਮੇਰੇ ਦੋਸਤਾਂ, ਰਿਸ਼ਤੇਦਾਰਾਂ ਸਭ ਨੇ ਮੇਰਾ ਸਾਥ ਛੱਡ ਦਿੱਤਾ। ਮੇਰੇ ਕਰਕੇ ਮੇਰੇ ਮਾਂ-ਬਾਪ ਉਹ ਸ਼ਹਿਰ ਛੱਡ ਕੇ ਇਸ ਸ਼ਹਿਰ ਵਿੱਚ ਆ ਗਏ। ਮੈਂ ਕੋਈ ਕਿੰਨਰ ਜਾਂ ਕੋਈ ਤੀਸਰੇ ਜੈਂਡਰ ਦਾ ਨਹੀਂ ਹਾਂ। ਉਹ 14-15 ਸਾਲ ਜੋ ਮੈਂ ਇੱਕ ਕੁੜੀ ਬਣ ਕੇ ਗੁਜ਼ਾਰੇ, ਬਸ ਉਸੀ ਦਾ ਅਸਰ ਮੇਰੇ ਅੰਦਰ ਬਾਕੀ ਰਹਿ ਗਿਆ, ਜਿਸ ਦੇ ਕਾਰਨ ਕੁਝ ਹਾਰਮੋਨਸ ਦਾ ਮਸਲਾ ਹੋ ਗਿਆ। ਡਾਕਟਰ ਦਾ ਕਹਿਣਾ ਸੀ ਕਿ ਮੇਰਾ ਵਿਆਹ ਹੋ ਜਾਵੇਗਾ ਤਾਂ ਹੌਲੀ-ਹੌਲੀ ਮੈਂ ਠੀਕ ਹੋ ਜਾਵਾਂਗਾ। ਆਪਣੇ ਪਤੀ ਦੀ ਕਹਾਣੀ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਸੱਚਮੁੱਚ ਹੀ ਉਸਦਾ ਦਰਦ ਮੇਰੇ ਦਰਦ ਤੋਂ ਜ਼ਿਆਦਾ ਵੱਡਾ ਸੀ। ਮੈਂ ਉਸ ਤੋਂ ਮਾਫ਼ੀ ਮੰਗੀ ਅਤੇ ਕਿਹਾ, ਮੈਨੂੰ ਮਾਫ਼ ਕਰ ਦਿਓ। ਮੈਂ ਇਸ ਸਭ ਵਿੱਚ ਤੁਹਾਡਾ ਸਾਥ ਦੇਵਾਂਗੀ, ਹਮੇਸ਼ਾ ਤੁਹਾਡੇ ਨਾਲ ਰਹਾਂਗੀ। ਮੇਰਾ ਦਿਲ ਖੁਸ਼ੀ ਵਿੱਚ ਝੂਮ ਰਿਹਾ ਸੀ ਅਤੇ ਮੇਰਾ ਸੋਇਆ ਹੋਇਆ ਪਿਆਰ ਫਿਰ ਤੋਂ ਜਾਗਣ ਲੱਗਿਆ ਸੀ। ਮੈਂ ਬਹੁਤ ਖੁਸ਼ ਸੀ ਕਿ ਮੇਰਾ ਪਤੀ ਕੋਈ ਹੀਜੜਾ ਜਾਂ ਕਿੰਨਰ ਨਹੀਂ ਹੈ। ਉਸਦੇ ਵਿੱਚ ਕੋਈ ਨੁਕਸ ਜਾਂ ਖਰਾਬੀ ਨਹੀਂ ਸੀ, ਬਲਕਿ ਉਹ ਇੱਕ ਬਿਮਾਰੀ ਦਾ ਸ਼ਿਕਾਰ ਸੀ। ਮੈਂ ਉਸਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਇਲਾਵਾ ਮੈਂ ਪੂਰਾ 1 ਸਾਲ ਉਸਨੂੰ ਪ੍ਰੈਕਟਿਸ ਕਰਵਾਈ ਕਿ ਗੱਲਾਂ ਬਾਤਾਂ ਦੇ ਦੌਰਾਨ ਹੱਥਾਂ ਨੂੰ ਕਿਵੇਂ ਕੰਟਰੋਲ ਵਿੱਚ ਰੱਖਣਾ ਹੈ। ਉਸਨੂੰ ਇਹ ਵੀ ਸਿਖਾਇਆ ਕਿ ਕਿਵੇਂ ਧੀਮੇ ਅਤੇ ਵਧੀਆ ਅੰਦਾਜ਼ ਵਿੱਚ ਗੱਲ ਕਰਨੀ ਹੈ। ਮੇਰੀ ਮਿਹਨਤ ਅਤੇ ਦਵਾਈਆਂ ਰੰਗ ਲਿਆਉਣ ਲੱਗੀਆਂ। ਉਹ ਬਹੁਤ ਜਲਦੀ ਠੀਕ ਹੋ ਗਿਆ। ਉਹ ਇੱਕ ਪੂਰੇ ਮਰਦ ਦੀ ਤਰ੍ਹਾਂ ਗੱਲ ਕਰਦਾ ਸੀ। ਹੁਣ ਉਹ ਇੱਕ ਮਸ਼ਹੂਰ ਮੇਕਅਪ ਆਰਟਿਸਟ ਸੀ। ਉਸਦੇ ਅੰਦਰ ਆਉਣ ਵਾਲੇ ਬਦਲਾਵ ਨੇ ਉਸਨੂੰ ਪ੍ਰਸਿੱਧੀ ਦੀਆਂ ਉਚਾਈਆਂ ਤੱਕ ਪਹੁੰਚਾ ਦਿੱਤਾ। ਲੋਕ ਉਸਨੂੰ ਪਹਿਲਾਂ ਤੋਂ ਜ਼ਿਆਦਾ ਪਸੰਦ ਕਰਨ ਲੱਗੇ। 2 ਸਾਲਾਂ ਤੱਕ ਉਹ ਪੂਰੀ ਤਰ੍ਹਾਂ ਬਦਲ ਗਿਆ। ਉਸਦੀਆਂ ਉਹ ਸਾਰੀਆਂ ਆਦਤਾਂ ਜਿਨ੍ਹਾਂ ਕਰਕੇ ਲੋਕ ਉਸ ਉੱਤੇ ਸ਼ੱਕ ਕਰਦੇ ਸੀ, ਹੁਣ ਉਹ ਖਤਮ ਹੋ ਗਈਆਂ। ਹੁਣ ਉਹ ਵੀ ਆਮ ਮਰਦਾਂ ਵਾਂਗੂ ਇੱਕ ਮਰਦ ਸੀ। ਉਹ ਸਾਰੀਆਂ ਕੁੜੀਆਂ ਜੋ ਉਸ ਤੋਂ ਦੂਰ ਭੱਜਦੀਆਂ ਸਨ, ਹੁਣ ਉਸਦੇ ਆਸੇ-ਪਾਸੇ ਮੰਡਰਾਉਣ ਲੱਗੀਆਂ। ਪਰ ਰਮਨ ਕਿਸੇ ਵੱਲ ਵੀ ਧਿਆਨ ਨਹੀਂ ਦਿੰਦਾ ਸੀ। ਉਹ ਬਸ ਮੇਰੀ ਪਰਵਾਹ ਕਰਦਾ ਸੀ। ਉਹ ਸਿਰਫ ਮੈਨੂੰ ਹੀ ਮੁਹੱਬਤ ਕਰਦਾ ਸੀ। ਵਿਆਹ ਤੋਂ 3 ਸਾਲ ਬਾਅਦ ਸਾਡੇ ਘਰ ਇੱਕ ਧੀ ਨੇ ਜਨਮ ਲਿਆ ਤਾਂ ਸਭ ਦੇ ਮੂੰਹ ਬੰਦ ਹੋ ਗਏ। ਕੁਝ ਜਲਣ ਵਾਲੇ ਲੋਕ ਜੋ ਹਲੇ ਵੀ ਗਲਤ ਗੱਲਾਂ ਫੈਲਾਉਂਦੇ ਸਨ, ਉਹਨਾਂ ਦੇ ਮੂੰਹ ਤੇ ਮੇਰੀ ਔਲਾਦ ਦੀ ਸੂਰਤ ਵਿੱਚ ਵਾਹਿਗੁਰੂ ਨੇ ਜਿਵੇਂ ਥੱਪੜ ਮਾਰਿਆ ਸੀ। ਮੇਰੀ ਸੱਸ ਮੇਰੇ ਵਾਰੇ-ਵਾਰੇ ਜਾਂਦੀ ਸੀ ਕਿ ਮੈਂ ਉਸਦੇ ਮੁੰਡੇ ਦੀ ਜ਼ਿੰਦਗੀ ਬਦਲ ਦਿੱਤੀ। ਉਹ ਸਭ ਦੇ ਸਾਹਮਣੇ ਕਹਿੰਦੀ ਸੀ ਕਿ ਮੇਰੀ ਨੂੰਹ ਨੇ ਮੇਰੇ ਘਰ ਨੂੰ ਸਵਰਗ ਬਣਾ ਦਿੱਤਾ ਹੈ। ਮੈਂ ਵਾਹਿਗੁਰੂ ਜੀ ਦਾ ਲੱਖ-ਲੱਖ ਧੰਨਵਾਦ ਕਰਦੀ ਹਾਂ ਜਿਸ ਨੇ ਮੇਰੀ ਮੁਹੱਬਤ ਦੀ ਲਾਜ ਰੱਖੀ ਸੀ, ਮੈਨੂੰ ਸ਼ਰਮਿੰਦਾ ਹੋਣ ਤੋਂ ਬਚਾ ਲਿਆ ਸੀ ਅਤੇ ਮੇਰੇ ਉਹਨਾਂ ਸਾਰੇ ਸੁਪਨਿਆਂ ਨੂੰ ਵੀ ਪੂਰਾ ਕੀਤਾ ਜੋ ਮੈਂ ਦੇਖਿਆ ਕਰਦੀ ਸੀ। ਮੇਰੇ ਸੁਪਨੇ ਦਾ ਰਾਜਕੁਮਾਰ ਮੈਨੂੰ ਮਿਲ ਚੁੱਕਿਆ ਸੀ। ਤਾਂ ਦੋਸਤੋ, ਇਹ ਸੀ ਕਿਸੇ ਦੀ ਜ਼ਿੰਦਗੀ ਤੇ ਬੀਤੀ ਹੋਈ ਸੱਚੀ ਕਹਾਣੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਮੈਨੂੰ ਦਿਓ ਇਜਾਜ਼ਤ, ਤਦ ਤੱਕ ਲਈ ਧੰਨਵਾਦ।